मॉर्निंग स्टूडेंट्स, आई एम हनीश बंसल, आई एम योर बिजनेस स्टडी लेक्चरर। तो स्टूडेंट्स, अपना अज का टॉपिक है इंपॉर्टेंट डॉक्यूमेंट यूज्ड इन द फॉर्मेशन ऑफ ए कंपनी। तो स्टूडेंट्स, जो सब तो पहला पॉइंट है ਉਹਦੇ ਵਿੱਚ अपन ਕਿਹੜੇ ਡਾਕੂਮੈਂਟ ਹੁੰਦੇ ਨੇ। ਇੱਕ ਤਾਂ ਮੈਮੋਰੈਂਡਮ, ਆਰਟੀਕਲ ਆਫ ਐਸੋਸੀਏਸ਼ਨ, ਇੱਕ ਹੁੰਦਾ ਪ੍ਰੋਸਪੈਕਟਸ। ਮੈਮੋਰੈਂਡਮ ਦੇ ਵਿੱਚ ਕੀ ਆਉਂਦਾ ਸਟੂਡੈਂਟਸ? ਮੈਮੋਰੈਂਡਮ ਦੇ ਵਿੱਚ ਕਹਿੰਦੇ ਮੈਮੋਰੈਂਡਮ ਆਫ ਐਸੋਸੀਏਸ਼ਨ ਇਜ਼ ਦਾ ਪ੍ਰਿੰਸੀਪਲ ਡਾਕੂਮੈਂਟ। ਲਿਖ ਕੇ ਕਹਿੰਦੇ ਪ੍ਰਿੰਸੀਪਲ ਡਾਕੂਮੈਂਟ ਹੁੰਦਾ ਕੰਪਨੀ ਦਾ। It is concerned as the charter of the company. It contains the power and objective of the company. It also describes the scope of operation of the company. It can be altered only according to the provision made in the company act regarding its alterations. ਕਹਿੰਦੇ ਜਿਹੜਾ ਮੈਮੋਰੈਂਡਮ ਆਫ ਐਸੋਸੀਏਸ਼ਨ ਹੁੰਦਾ ਇਹ ਕਹਿੰਦੇ ਮੇਨ ਪ੍ਰਿੰਸੀਪਲ ਡਾਕੂਮੈਂਟ ਹੁੰਦਾ, ਮਤਲਬ ਮੁੱਖ ਕਹਿੰਦੇ ਆਪਾਂ ਮੁੱਖ ਪ੍ਰਿੰਸੀਪਲ ਡਾਕੂਮੈਂਟ ਹੁੰਦਾ ਜਿਹਦੇ ਵਿੱਚ ਕੰਪਨੀ ਦੇ ਸਾਰੇ ਆਬਜੈਕਟਿਵ ਪਾਵਰਸ ਲਿਖੀਆਂ ਹੁੰਦੀਆਂ ਨੇ, ਜਿਹਦੇ ਵਿੱਚ ਪਤਾ ਲੱਗਦਾ ਹੈ ਕਿ ਆਪਾਂ ਨੂੰ ਕੰਪਨੀ ਦਾ ਸਕੋਪ ਕੀ ਹੈ, ਕੰਪਨੀ ਦਾ ਨੇਚਰ ਕੀ ਹੈ, ਕੰਪਨੀ ਕਿਹੜੇ ਅਲਟਰਨੇਟਿਵਸ ਮਤਲਬ ਚੇਂਜਸ ਵੀ ਕਰਦੀ ਹੈ ਤਾਂ ਇਹਨਾਂ ਦੇ ਵਿੱਚ ਕੀ ਹੈ ਪ੍ਰੋਵੀਜ਼ਨ ਦੇਣੀ ਪੈਂਦੀ ਹੈ। ਤਾਂ ਮੈਮੋਰੈਂਡਮ ਐਸੋਸੀਏਸ਼ਨ 'ਚ ਇਨਫੋਰਮੇਸ਼ਨ ਪ੍ਰੋਵਾਈਡ ਹੁੰਦੀ ਹੈ ਜਿਹੜੀ ਆਪਾਂ ਆਊਟਸਾਈਡਰ ਨੂੰ ਦਿੰਦੇ ਹਾਂ, ਮਤਲਬ ਪਬਲਿਕ ਨੂੰ ਜਿਹੜੀ ਇਨਫੋਰਮੇਸ਼ਨ ਦਿੰਦੇ ਹਾਂ ਆਪਾਂ ਨੂੰ ਕਿੱਥੋਂ ਪਤਾ ਲੱਗਦੀ ਹੈ? ਮੈਮੋਰੈਂਡਮ ਆਫ ਐਸੋਸੀਏਸ਼ਨ ਤੋਂ ਪਤਾ ਲੱਗਦੀ ਹੈ। ਕ੍ਰੈਡੀਟਰ, ਸਪਲਾਇਰ ਜਾਂ ਕੋਈ ਵੀ ਲਾਇਬਿਲਿਟੀ ਅਗਰ ਆਪਾਂ ਜਿਨ੍ਹਾਂ ਬੰਦਿਆਂ ਨੂੰ ਆਪਾਂ ਇਨਫੋਰਮੇਸ਼ਨ ਲੈਣੀ ਹੈ ਕੰਪਨੀ ਦੀ ਤਾਂ ਉਹ ਮੈਮੋਰੈਂਡਮ ਆਫ ਐਸੋਸੀਏਸ਼ਨ ਵਾਲੇ ਡਾਕੂਮੈਂਟਸ ਦੇਖਦੇ ਨੇ, ਉੱਥੋਂ ਆਪਾਂ ਨੂੰ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਹੁੰਦੀ ਆ। ਇਹਨੂੰ ਡਾਕਟਰਾਈਨ ਆਫ ਆਊਟਡੋਰ ਮੈਨੇਜਮੈਂਟ ਵੀ ਕਿਹਾ ਜਾਂਦਾ ਹੈ। ਇਹਦਾ ਦੂਜਾ ਨਾਮ ਮੈਮੋਰੈਂਡਮ ਆਫ ਐਸੋਸੀਏਸ਼ਨ ਨੂੰ ਡਾਕਟਰਾਈਨ ਆਫ ਆਊਟਡੋਰ ਮੈਨੇਜਮੈਂਟ ਵੀ ਕਿਹਾ ਜਾਂਦਾ। ਆਹ ਯਾਦ ਰੱਖਿਓ, ਕਈ ਵਾਰ ਪੇਪਰ 'ਚ ਆ ਜਾਂਦਾ ਹੈ ਡਾਕਟਰਾਈਨ ਆਫ ਆਊਟਡੋਰ ਮੈਨੇਜਮੈਂਟ ਦੱਸੋ। ਹੁਣ ਆਪਾਂ ਕੰਟੈਂਟਸ ਪੜ੍ਹਾਂਗੇ ਤੇ ਕੰਟੈਂਟਸ ਕਿਹੜੇ ਆ ਜਾਂਦੇ ਨੇ ਇਹਦੇ ਵਿੱਚ। ਕਹਿੰਦੇ ਕੰਟੈਂਟ ਇਹਦੇ ਵਿੱਚ ਆ ਜਾਂਦੇ ਨੇਗੇ, ਕਹਿੰਦੇ ਇੱਕ ਤਾਂ ਹੁੰਦੇ ਹਨ ਨੇਮ ਕਲੋਜ਼। ਸਭ ਤੋਂ ਪਹਿਲਾਂ ਫੋਲੋਇੰਗ ਕਲੋਜ਼ਸ ਹੋ ਜਾਂਦੇ ਨੇ। ਨੇਮ ਕਲੋਜ਼ ਇਹਨੂੰ ਬਹੁਤ ਧਿਆਨ ਨਾਲ ਪੜ੍ਹਿਓ। ਦਿਸ ਕਲੋਜ਼ ਕੰਟੇਨ ਦਾ ਕੰਪਲੀਟ ਦਾ ਨੇਮ ਦਾ ਕੰਪਨੀ ਕੈਨ ਚੂਜ਼ ਐਨੀ ਨੇਮ ਸਬਜੈਕਟ ਟੂ ਦਾ ਫੋਲੋਇੰਗ ਰਿਸਟ੍ਰਿਕਸ਼ਨ। ਕਹਿੰਦੇ ਨੇਮ ਕਲੋਜ਼ ਬਹੁਤ ਜ਼ਿਆਦਾ ਹੋਣਾ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਕੰਪਨੀ ਆਪਣਾ ਨਾਮ ਕੰਪਲੀਟ ਕਰਦੀ ਹੈ ਤਾਂ ਕੰਪਨੀ ਨੂੰ ਆਪਣਾ ਨਾਮ ਵੀ ਬੜੇ ਧਿਆਨ ਨਾਲ ਕੰਪਲੀਟ ਕਰਨਾ ਪੈਂਦਾ। ਕੁਛ ਰਿਸਟ੍ਰਿਕਸ਼ਨ ਇਹਦੇ ਅੰਦਰ ਲਗਾਈਆਂ ਗਈਆਂ ਨੇ। ਹੁਣ ਕਿਵੇਂ ਰਿਸਟ੍ਰਿਕਸ਼ਨ ਨੇਗੇ ਤਾਂ ਨੇਮ ਆਫ ਦਾ ਕੰਪਨੀ ਮਸਟ ਐਂਡ ਵਿਦ ਦਾ ਵਰਡ ਲਿਮਟਡ ਇਨ ਦਾ ਕੇਸ ਆਫ ਪਬਲਿਕ ਲਿਮਟਡ ਕੰਪਨੀ, ਵਿਦ ਦਾ ਵਰਡ ਪ੍ਰਾਈਵੇਟ ਲਿਮਟਡ ਇਨ ਦਾ ਕੇਸ ਆਫ ਪ੍ਰਾਈਵੇਟ ਲਿਮਟਡ ਕੰਪਨੀ। ਕਹਿੰਦੇ ਪ੍ਰਾਈਵੇਟ ਕੰਪਨੀ ਆਪਣਾ ਨੇਮ ਪ੍ਰਾਈਵੇਟ ਲਿਮਟਡ ਲਗਾਉਣੀ ਆ, ਪਬਲਿਕ ਲਿਮਟਡ ਆਪਣੀਆਂ ਜਿਹੜੀ ਪਬਲਿਕਲੀ ਕੰਪਨੀਆਂ ਹੁੰਦੀਆਂ ਉਹ ਆਪਣਾ ਨਾਮ ਲਿਮਟਡ ਵਰਡ ਲਗਾਉਣਗੀਆਂ। ਇਹ ਯਾਦ ਰੱਖਣਾ, ਪ੍ਰਾਈਵੇਟ ਵਾਲੀ ਕੰਪਨੀਆਂ ਲਿਮਟਡ ਵਰਡ ਯੂਜ਼ ਨਹੀਂ ਕਰ ਸਕਦੀ। ਪ੍ਰਾਈਵੇਟ ਵਾਲੀਆਂ ਕੰਪਨੀਆਂ ਉਹ ਪ੍ਰਾਈਵੇਟ ਲਿਮਟਡ ਨਾਮ ਲਗਾਉਣੀ ਹੈ ਤਾਂ ਜੋ ਪਬਲਿਕ ਨੂੰ ਵੀ ਕੋਈ ਕਨਫਿਊਜ਼ਨ ਨਾ ਪੈਦਾ ਹੋਵੇ। ਕਹਿੰਦੇ ਦਾ ਨੇਮ ਸ਼ੁੱਡ ਨੋਟ ਬੀ ਸਿਮਿਲਰ ਔਰ ਆਇਡੈਂਟੀਕਲ ਟੂ ਦਾ ਨੇਮ ਆਫ ਐਨੀ ਅਦਰ ਕੰਪਨੀ। ਕਹਿੰਦੇ ਕੰਪਨੀ ਦਾ ਜਿਹੜਾ ਨਾਮ ਹੈ ਉਹ ਕਿਸੇ ਦੂਸਰੇ ਕੰਪਨੀ ਨਾਲ ਨਹੀਂ ਮਿਲਦਾ ਹੋਣਾ ਚਾਹੀਦਾ, ਠੀਕ ਹੈ। ਅਤੇ ਦਾ ਨੇਮ ਸ਼ੁੱਡ ਨੋਟ ਕੰਟੇਨ ਦਾ ਵਰਡ ਕੋਆਪਰੇਟ, ਸ਼ੁੱਡ ਨੋਟ ਕਹਿੰਦੇ ਕੋਆਪਰੇਟਿਵ ਵਰਡ ਨਹੀਂ ਕੰਪਨੀਆਂ ਯੂਜ਼ ਕਰ ਸਕਦੀ। ਕੋਈ ਕੋਆਪਰੇਟਿਵ ਵਰਡ ਦੇ ਵਿੱਚ ਜਿਹੜਾ ਸੁਸਾਇਟੀਆਂ ਵਾਲਾ ਸਿਸਟਮ ਆ ਜਾਂਦਾ। ਦਾ ਨੇਮ ਸ਼ੁੱਡ ਨੋਟ ਕਨਵੇ ਐਨੀ ਕਨੈਕਸ਼ਨ ਔਰ ਲਿੰਕ ਆਫ ਦਾ ਕੰਪਨੀ ਵਿਦ ਦਾ ਗਵਰਨਮੈਂਟ ਡਿਪਾਰਟਮੈਂਟ। ਕਹਿੰਦੇ ਕੰਪਨੀ ਆਪਣਾ ਨਾਮ ਕਦੇ ਵੀ ਕੁਡ ਨੋਟ ਕਨਵੇ ਐਨੀ ਕਨੈਕਸ਼ਨ ਔਰ ਲਿੰਕ ਆਫ ਦਾ ਕੰਪਨੀ ਵਿਦ ਗਵਰਨਮੈਂਟ ਡਿਪਾਰਟਮੈਂਟ ਨਾਲ ਆਪਦਾ ਕਦੇ ਵੀ ਨਾਮ ਲਿੰਕ ਨਹੀਂ ਕਰ ਸਕਦੀ। ਹੁਣ ਅਲਟਰੇਸ਼ਨ ਦਾ ਮਤਲਬ ਹੁੰਦਾ ਚੇਂਜਸ। The company can change its name by passing a special resolution and by obtaining a written approval of the central government. ਕਹਿੰਦੇ ਜੇਕਰ ਕੋਈ ਚੇਂਜ ਕਰਨੀ ਹੈ ਤਾਂ ਸਪੈਸ਼ਲ ਰੈਜ਼ੋਲੂਸ਼ਨ ਪਾਸ ਕਰਨਾ ਪਏਗਾ, ਨਾਲੇ ਸੈਂਟਰਲ ਗੌਰਮੈਂਟ ਦੀ ਕੀ ਲੈਣੀ ਪਏਗੀ? ਪਰਮਿਸ਼ਨ ਲੈਣੀ ਪਏਗੀ। ਹੁਣ ਤੁਸੀਂ ਸੋਚ ਰਹੇ ਹੋਗੇ ਇਹ ਸਪੈਸ਼ਲ ਰੈਜ਼ੋਲੂਸ਼ਨ ਕੀ ਹੁੰਦਾ ਹੈ? ਸਪੈਸ਼ਲ ਰੈਜ਼ੋਲੂਸ਼ਨ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਵੀ ਮੈਂਬਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਮਤਲਬ ਘੱਟੋ ਘੱਟ 75% ਵੋਟ ਮਤਲਬ ਹੱਕ 'ਚ ਹੋਣੀ ਚਾਹੀਦੀ ਹੈ। ਜਿਹਦੀ 75% ਵੋਟ ਜ਼ਿਆਦਾ ਹੁੰਦੀ ਹੈ ਉਹਦੇ ਹਿਸਾਬ ਨਾਲ ਜਿਹੜਾ ਪਾਸ ਹੋ ਜਾਂਦਾ ਸਪੈਸ਼ਲ ਰੈਜ਼ੋਲੂਸ਼ਨ। ਇੱਕ ਹੁੰਦਾ ਨੋਰਮਲ ਰੈਜ਼ੋਲੂਸ਼ਨ, ਮਤਲਬ ਉਹਦੇ ਵਿੱਚ ਰੈਜ਼ੋਲੂਸ਼ਨ ਦੇ ਵਿੱਚ ਨੋਰਮਲ ਦਾ ਇਹ ਹੁੰਦਾ ਕਿ ਜਿੱਥੇ 50% ਵਾਲਾ ਸਿਸਟਮ ਹੁੰਦਾ, 50% ਜਾਂ 50% ਤੋਂ ਜ਼ਿਆਦਾ, ਠੀਕ ਹੈ। ਸਪੈਸ਼ਲ ਰੈਜ਼ੋਲੂਸ਼ਨ ਪਾਸ ਕਰਨਾ ਪਏਗਾ
ਤੇ ਨਾਲੇ ਸੈਂਟਰ ਗੌਰਮੈਂਟ ਤੋਂ ਪਰਮਿਸ਼ਨ ਲੈਣੀ ਪਏਗੀ। ਅੱਗੇ ਦੇਖੋ ਸਟੂਡੈਂਟਸ, ਅੱਗੇ ਆ ਜਾਂਦਾ ਹੈ ਸਿਚੁਏਸ਼ਨ ਡੋਮਿਸਾਈਲ clause. This clause contain the name of the state in which the registered office the company is to be situated. It is necessary because a company gets the registration from that state only. The registered office is a place where all the important documents of the company are kept. A company must have a registered office when it starts its business activity or within 30 days of its registration, whichever is earlier. ਕਹਿੰਦੇ ਸਿਚੁਏਸ਼ਨ ਕਲੋਜ਼ ਦੇ ਵਿੱਚ ਕੀ ਹੁੰਦਾ? ਸਿਚੁਏਸ਼ਨ ਕਲੋਜ਼ ਦੇ ਵਿੱਚ ਇਹ ਹੁੰਦਾ ਹੈ ਕਿ ਕੰਪਨੀ ਨੂੰ ਜਿੱਥੇ ਕੰਪਨੀ ਦਾ ਆਫਿਸ ਹੈ ਉਹ ਆਪਣਾ ਕੀ ਹੈ ਉਹਦਾ ਡਾਕੂਮੈਂਟਸ ਦੇਣੇ ਪੈਣਗੇ ਕਿ ਹਾਂਜੀ ਤੁਹਾਡਾ ਆਫਿਸ ਇੱਥੇ ਹੈ, ਅਤੇ ਨਾਲੇ ਤੁਹਾਨੂੰ ਰਜਿਸਟਰ ਕਰਵਾਉਣਾ ਪਏਗਾ ਜਿਹੜੀ ਵੀ ਤੁਹਾਡੀ ਸਟੇਟ ਦਾ ਜਿੱਥੇ ਰਜਿਸਟਰਡ ਆਫਿਸ ਆ ਉੱਥੇ ਰਜਿਸਟਰ ਕਰਵਾਉਣਾ ਪਏਗਾ। ਠੀਕ ਹੈ, ਤਾਂ ਹਰੇਕ ਸਟੇਟ ਦਾ ਜਿਹੜਾ ਰਜਿਸਟਰਡ ਆਫਿਸ ਹੁੰਦਾ ਉਹ ਅਲੱਗ ਹੁੰਦਾ। ਠੀਕ ਹੈ, ਤਾਂ ਇਹ ਡਾਕੂਮੈਂਟਸ ਉਹਨਾਂ ਨੂੰ ਦੇਣੇ ਪੈਣਗੇ ਕਿ ਹਾਂ ਮੈਨੇ ਆਹ ਰਜਿਸਟ੍ਰੇਸ਼ਨ ਕਰਵਾਈ ਆ ਇਸ ਸਟੇਟ ਦੇ ਵਿੱਚੋਂ। ਠੀਕ ਹੈ, ਅੱਗੇ ਦਾ ਕੰਪਨੀ ਮਸਟ ਹੈਵ ਰਜਿਸਟਰਡ ਆਫਿਸ ਵੈਨ ਇਟ ਸਟਾਰਟ ਇਟਸ ਬਿਜ਼ਨਸ ਐਕਟੀਵਿਟੀ ਔਰ ਵਿਦਇਨ 30 ਡੇਜ਼ ਆਫ ਰਜਿਸਟ੍ਰੇਸ਼ਨ। ਜਦੋਂ ਬਿਜ਼ਨਸ ਐਕਟੀਵਿਟੀ ਸਟਾਰਟ ਹੋ ਗਈ ਉਹਦੇ ਵਿਦਇਨ 30 ਡੇਜ਼ ਦੇ ਅੰਦਰ ਤੁਹਾਡੀ ਰਜਿਸਟ੍ਰੇਸ਼ਨ ਕੀ ਹੋਣੀ ਚਾਹੀਦੀ ਹੈ, ਰਜਿਸਟਰ ਆਫਿਸ ਦੇ ਵਿੱਚ ਪਹੁੰਚਣੀ ਚਾਹੀਦੀ ਹੈ। ਅੱਗੇ ਆ ਜਾਂਦਾ ਅਲਟਰਨੇਸ਼ਨ ਕੀ ਹੈ ਸਿਚੁਏਸ਼ਨ ਕਲੋਜ਼ ਦੇ। ਇਹ ਬਾਏ passing special resolution and by obtaining sanction of the registrars of both the states if the office is to be shifted from one state to another. ਇਹਦੇ ਵਿੱਚ ਸਪੈਸ਼ਲ ਰੈਜ਼ੋਲੂਸ਼ਨ ਪਾਸ ਕਰਨਾ ਪਏਗਾ ਜੇ ਅਗਰ ਇਹਦੇ ਵਿੱਚ ਕੋਈ ਚੇਂਜ ਕਰਨਾ ਤਾਂ ਇਹ ਵੀ ਮੈਂਸ਼ਨ ਕਰਨਾ ਪਏਗਾ ਕਿ ਤੁਸੀਂ ਇੱਕ ਰਜਿਸਟ੍ਰੇਸ਼ਨ ਦੂਸਰੇ ਰਜਿਸਟਰਾਰ ਤੋਂ ਰਜਿਸਟਰ ਕਰਵਾ ਰਹੇ ਹੋ ਤਾਂ ਉਹ ਸਟੇਟ ਵੀ ਇਹਦੇ ਵਿੱਚ ਮੈਂਸ਼ਨ ਕਰਨੀ ਪਏਗੀ। ਹੁਣ ਇਹ ਕੀ ਸਿਸਟਮ ਹੈ, ਜਿਵੇਂ ਮੰਨ ਲਓ ਪੰਜਾਬ ਦੀ ਰਜਿਸਟ੍ਰੇਸ਼ਨ ਕਰਾਈ ਆ, ਆਪਾਂ ਹਰਿਆਣੇ 'ਚ ਜਾਣਾ ਚਾਹੁੰਦੇ ਹਾਂ, ਆਪਦਾ ਆਫਿਸ ਹਰਿਆਣੇ 'ਚ ਕਰਨਾ ਚਾਹੁੰਦੇ ਹਾਂ, ਤਾਂ ਕੀ ਹੋਏਗਾ, ਤਾਂ ਉਹ ਵੀ ਸਪੈਸ਼ਲ ਰੈਜ਼ੋਲੂਸ਼ਨ ਪਾਸ ਕਰਾਉਣਾ ਪਏਗਾ। ਮਤਲਬ 75% ਵੋਟ ਹੋਣੀ ਚਾਹੀਦੀ ਹੈ। ਫਿਰ ਉਹ ਰਜਿਸਟਰਾਰ ਜਿਹੜਾ ਆਫਿਸ ਹੈ ਦੂਸਰੇ ਰਜਿਸਟਰਾਰ ਨੂੰ ਵੀ ਕੀ ਉਹ ਫਾਈਲ ਸਬਮਿਟ ਕਰਨੀ ਪਏਗੀ ਕਿ ਹਾਂ ਵੀ ਅਸੀਂ ਦੂਸਰੇ ਸਟੇਟ ਦੇ ਵਿੱਚ ਅਸੀਂ ਆਪਣੀ ਰਜਿਸਟ੍ਰੇਸ਼ਨ ਉਸ ਦੂਸਰੇ ਰਜਿਸਟਰਾਰ ਕੋਲ ਕਰਵਾ ਲਈ ਹੈ। Buying special resolution only if the office is shifted from one town to another in the same state. ਜੇ ਅਗਰ ਇਕੱਲੀ ਸਪੈਸ਼ਲ ਰੈਜ਼ੋਲੂਸ਼ਨ ਕਰਵਾਉਣੀ ਹੈ ਤਾਂ ਉਹ ਉਦੋਂ ਕਰਵਾਉਣੀ ਪੈਂਦੀ ਹੈ ਜਦੋਂ ਇੱਕ ਟਾਊਨ ਤੋਂ ਦੂਜੇ ਟਾਊਨ 'ਤੇ ਜਾ ਰਿਹਾ, ਮਤਲਬ ਇੱਕ ਸਟੇਟ ਹੈ ਤਾਂ ਇੱਕ ਸਟੇਟ ਦੇ ਵਿੱਚ ਹੀ ਆ, ਮਤਲਬ ਸ਼ਹਿਰ ਹੀ ਬਦਲ ਰਿਹਾ। ਠੀਕ ਹੈ, ਇਫ ਬਾਈ ਆਰਡੀਨਰੀ ਰੈਜ਼ੋਲੂਸ਼ਨ ਇਫ ਆਫਿਸ ਇਜ਼ ਸ਼ਿਫਟਡ ਵਨ ਲੋਕੈਲਿਟੀ ਟੂ ਅਨਦਰ ਵਿਦਇਨ ਦਾ ਸੇਮ ਟਾਊਨ। ਇਹਦੇ ਵਿੱਚ ਮਤਲਬ ਇਹ ਹੈ ਜੇਕਰ ਸ਼ਹਿਰ ਦੇ ਵਿੱਚ ਹੀ ਆ, ਪਟਿਆਲੇ ਦੇ ਵਿੱਚ ਹੀ ਆ, ਅਤੇ ਪਟਿਆਲੇ ਤੋਂ ਆਪਾਂ ਨੇ ਏਰੀਆ ਬਦਲ ਲਿਆ, ਪਟਿਆਲੇ ਦੇ ਏਰੀਆ ਦੇ ਵਿੱਚ ਹੀ ਕੋਈ ਮੰਨ ਲਓ ਕੋਈ ਵੀ ਏਰੀਆ ਦਾ ਨਾਮ ਲਾ ਲਓ, ਛੋਟੀ ਬਾਰਾਦਰੀ ਤੋਂ ਆਪਾਂ ਜਾ ਰਹੇ ਹਾਂ ਲਗਾ ਲਓ ਅਰਬਨ ਸਟੇਟ, ਤਾਂ ਮਤਲਬ ਆਪਾਂ ਨੇ ਜਗ੍ਹਾ ਚੇਂਜ ਕੀਤੀ ਹੈ, ਸ਼ਹਿਰ ਇੱਕੋ ਹੀ ਆ, ਤਾਂ ਉਦੋਂ ਕਿਹੜਾ ਆਪਣਾ ਯੂਜ਼ ਹੁੰਦਾ ਆਰਡੀਨਰੀ ਰੈਜ਼ੋਲੂਸ਼ਨ। ਠੀਕ ਹੈ, ਇੱਥੇ ਕੀ ਆ ਸਪੈਸ਼ਲ ਰੈਜ਼ੋਲੂਸ਼ਨ, ਇੱਥੇ ਸ਼ਹਿਰ ਬਦਲ ਰਿਹਾ ਪਟਿਆਲੇ ਤੋਂ, ਜਿਵੇਂ ਮੰਨ ਲਓ ਆਪਾਂ ਜਲੰਧਰ ਜਾ ਰਹੇ ਹਾਂ। ਠੀਕ ਹੈ, ਤਾਂ ਇਹ ਚੀਜ਼ਾਂ ਆ ਜਾਂਦੀਆਂ। ਅੱਗੇ ਆ ਜਾਂਦਾ ਆਬਜੈਕਟ ਕਲੋਜ਼। ਕਹਿੰਦੇ ਇਟ ਇਜ਼ ਦਾ ਮੋਸਟ ਇੰਪੋਰਟੈਂਟ ਕਲੋਜ਼ ਆਫ ਦਾ ਮੈਮੋਰੈਂਡਮ ਆਫ ਐਸੋਸੀਏਸ਼ਨ। It contains the main object of the company and other secondary objects which the company are pursuing. This clause defines the scope and limitation of the activity of the company. The object must be defined and stated keeping in the mind on the following condition. ਉਹਦੇ ਆਬਜੈਕਟ ਦਾ ਮਤਲਬ ਹੁੰਦਾ ਉਦੇਸ਼ ਹੈ। ਕਹਿੰਦੇ ਕੰਪਨੀ ਦਾ ਜਿਹੜਾ ਉਦੇਸ਼ ਹੈ ਉਹ ਕੀ ਹੋਣਾ ਚਾਹੀਦਾ, ਮੈਮੋਰੈਂਡਮ ਦੇ ਵਿੱਚ ਮੈਂਸ਼ਨ ਹੋਣਾ ਚਾਹੀਦਾ, ਮੋਸਟ ਇੰਪੋਰਟੈਂਟ ਹੈ, ਕਿਉਂਕਿ ਕੰਪਨੀ ਜਦੋਂ ਚਾਲੂ ਕੀਤੀ ਹੈ ਤਾਂ ਤੁਹਾਨੂੰ ਆਪਦੇ ਆਬਜੈਕਟ ਹੀ ਨਹੀਂ ਪਤਾ ਹੈਗੇ, ਤਾਂ ਆਬਜੈਕਟ ਇੰਪੋਰਟੈਂਟ ਨੇ। ਠੀਕ ਹੈ, ਇਹਦੇ ਵਿੱਚ ਉਹਨਾਂ ਨੂੰ ਪੂਰੇ ਦੇ ਪੂਰੇ ਡਾਕੂਮੈਂਟਸ ਦੇਣੇ ਪੈਂਦੇ ਨੇ, ਸਬਮਿਟ ਕਰਾਉਣੇ ਪੈਂਦੇ ਨੇ ਕਿ ਹਾਂਜੀ ਸਾਡਾ ਆਹ ਆਬਜੈਕਟ ਹੈ, ਸਾਡਾ ਆਹ ਸਕੋਪ ਹੈ, ਅਸੀਂ ਬਿਜ਼ਨਸ ਇਸ ਤਰੀਕੇ ਨਾਲ ਕਰਾਂਗੇ, ਇਹ ਸਾਰਾ ਕੁਛ ਡਿਫਾਈਨ ਹੋਣਾ ਚਾਹੀਦਾ। ਪਰ ਇਹਦੇ ਵਿੱਚ ਕੁਝ ਕੰਡੀਸ਼ਨਸ ਨੇ ਕਿ ਜਿਹੜਾ ਤੁਹਾਡਾ ਉਦੇਸ਼ ਹੋਣਾ ਚਾਹੀਦਾ ਉਹ ਲੀਗਲ ਹੋਣਾ ਚਾਹੀਦਾ, ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੋਣਾ ਚਾਹੀਦਾ। ਕਹਿੰਦੇ ਜਿਹੜਾ ਆਬਜੈਕਟ ਸ਼ੁੱਡ ਨਾਟ ਬੀ ਕੰਟਰਰੀ ਟੂ ਦਾ ਪ੍ਰੋਵੀਜ਼ਨ ਆਫ ਐਨੀ ਲਾ। ਕਹਿੰਦੇ ਤੁਹਾਡਾ ਕੋਈ ਆਬਜੈਕਟ ਲਾ ਦੀ ਉਲੰਘਣਾ ਕਰਨ ਵਾਲਾ ਨਹੀਂ ਹੋਣਾ ਚਾਹੀਦਾ, ਇਮੋਰਲ ਨਹੀਂ ਹੋਣਾ ਚਾਹੀਦਾ, ਮਤਲਬ ਜਿਹੜਾ ਉਦੇਸ਼ ਹੈ ਤੁਹਾਡਾ ਐਜਾ ਨਹੀਂ ਹੋਣਾ ਚਾਹੀਦਾ ਜਿਹੜਾ ਤੁਹਾਡੇ ਸਮਾਜ ਉਸ ਨੂੰ ਪ੍ਰਾਇਓਰਟੀ ਨਾ ਦਿੰਦਾ ਹੋਵੇ।
ਕੋਈ ਇਹੋ ਜਿਹਾ ਬਿਜ਼ਨਸ ਨਹੀਂ ਕਰਨਾ ਜਿਹਦੇ ਵਿੱਚ ਸਮਾਜ ਉਹਦੀ ਉਲੰਘਣਾ ਕਰਦਾ ਹੋਵੇ। ਠੀਕ ਹੈ। ਅਲਟਰੇਸ਼ਨ ਮਤਲਬ ਜੇਕਰ ਆਬਜੈਕਟ ਦੇ ਵਿੱਚ ਕੋਈ ਚੇਂਜਿਸ ਕਰਨੀ ਹੈ ਤਾਂ ਉਹਨਾਂ ਨੂੰ ਕੀ ਕਰਨਾ ਪਏਗਾ, ਸਪੈਸ਼ਲ ਰੈਜ਼ੋਲੂਸ਼ਨ ਪਾਸ ਕਰਨਾ ਪਏਗਾ, ਨਾਲ ਕੰਪਨੀ ਲਾ ਬੋਰਡ ਦੀ ਕੀ ਲੈਣੀ ਪਏਗੀ, ਪਰਮਿਸ਼ਨ ਲੈਣੀ ਪਏਗੀ। ਅੱਗੇ ਆਉਂਦਾ ਲਾਇਬਿਲਿਟੀ ਕਲੋਜ਼। ਲਾਇਬਿਲਿਟੀ ਕਲੋਜ਼ ਕੀ ਹੁੰਦਾ, ਕਹਿੰਦੇ ਦਿਸ ਕਲੋਜ਼ ਡਿਫਾਈਨ ਦਾ ਲਾਇਬਿਲਿਟੀ ਆਫ ਦੀ ਮੈਂਬਰ ਆਫ ਦੀ ਕੰਪਨੀ in case of a company limited by share. The liability of member is limited to the extent of unpaid amount of their share capital. For example, if a person is having 1000 share of face value of 10 each, he has paid 7 per share. At the time of winding up, his liability will be 3e. ਹੁਣ ਲਾਇਬਿਲਿਟੀ ਕਲੋਜ਼ ਕੀ ਹੁੰਦਾ ਹੈ, ਕਹਿੰਦੇ ਲਾਇਬਿਲਿਟੀ ਕਲੋਜ਼ ਦਾ ਮਤਲਬ ਹੁੰਦਾ ਹੈ ਕਿ ਇੱਕ ਮੰਨ ਲਓ ਮੈਂ ਇੱਕ ਕੰਪਨੀ ਦੇ ਸ਼ੇਅਰ ਖਰੀਦੇ, ਮੈਂ ਕੰਪਨੀ ਦੇ 1000 ਸ਼ੇਅਰ ਖਰੀਦੇ ਜਿਹਦਾ ਇੱਕ ਸ਼ੇਅਰ ਦੀ ਵੈਲੂ 10 ਰੁਪਏ ਹੈ। ਠੀਕ ਹੈ। ਤਾਂ ਮੈਂ ਉਹਦੇ ਵਿੱਚ ਮਤਲਬ 1000 ਗੁਣਾ 10 ਕਰੂੰਗਾ ਤਾਂ ਕਿ ਨਾ 10000 ਮੇਰੀ ਪੇਮੈਂਟ ਬਣਦੀ ਆ, ਪਰ ਮੈਂ ਉਹਦੇ ਵਿੱਚ 7000 ਪੇ ਕੀਤਾ, ਮਤਲਬ 3 ਰੁਪਏ ਮੈਨੇ ਪੇ ਨਹੀਂ ਕੀਤੇ, ਤਾਂ ਕੀ ਹੋਏਗਾ, ਤਾਂ ਮੇਰੀ ਲਾਇਬਿਲਿਟੀ ਕੀ ਹੋਊਗੀ, 3 ਰੁਪਏ ਬਣੇਗੀ। ਤਾਂ ਇਹਨੂੰ ਕੀ ਬੋਲਾਂਗੇ ਆਪਾਂ, ਲਾਇਬਿਲਿਟੀ ਕਲੋਜ਼। ਤਾਂ ਤੁਹਾਨੂੰ ਆਈ ਹੋਪ ਕਲੀਅਰ ਹੋ ਗਿਆ ਨਾ। ਇੱਕ ਕੁਐਸਚਨ ਇੱਕ ਇਨ ਦਾ ਕੇਸ ਆਫ ਕੰਪਨੀ, ਜਦੋਂ ਜਿੰਨੀ ਤੁਹਾਨੂੰ ਮੈਂ ਦੱਸਤਾ ਇਹਦੇ ਵਿੱਚ ਜਿੰਨੀ ਲਾਇਬਿਲਿਟੀ ਬਣਦੀ ਆ ਉਨੀ ਆਪਾਂ ਆਪਣੀ ਦੇਣਦਾਰੀ ਹੁੰਦੀ ਹੈ। ਜੇਕਰ ਇਹਦੇ ਵਿੱਚ ਕੋਈ ਚੇਂਜਿਸ ਕਰਨੀ ਆ, ਅਗਰ ਲਾਇਬਿਲਿਟੀ ਆਪਾਂ ਖ਼ਤਮ ਕਰਨੀ ਆ ਜਾਂ ਕੋਈ ਲਾਇਬਿਲਿਟੀ ਚੇਂਜ ਕਰਨੀ ਆ ਤਾਂ ਯੂਨੈਮਨੀਅਸ ਰੈਜ਼ੋਲੂਸ਼ਨ ਪਾਸ ਕਰਨਾ ਪਏਗਾ। ਇਹਦਾ ਮਤਲਬ ਕੀ ਹੁੰਦਾ, 100% ਵੋਟ ਚਾਹੀਦੀ ਹੈ, 100% ਲੋਕਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ। ਤਾਂ ਇਹਨੂੰ ਯਾਦ ਰੱਖਿਓ ਆ ਵਰਡ ਨੂੰ। ਕੈਪੀਟਲ ਕਲੋਜ਼। ਕੈਪੀਟਲ ਕਲੋਜ਼ ਕੀ ਹੁੰਦਾ, ਕਹਿੰਦੇ ਦਿਸ ਕਲੋਜ਼ ਸਪੈਸੀਫਾਈ ਦਾ ਅਮਾਊਂਟ ਆਫ ਸ਼ੇਅਰ ਕੈਪੀਟਲ ਵਿਦ ਵਿਚ ਕੰਪਨੀ ਇਜ਼ ਟੂ ਬੀ ਰਜਿਸਟਰਡ। which company to be registered? The capital with which a company is registered is called registered or nominal capital. A company can issue only that number of share which are authorized by its memorandum. ਕਹਿੰਦੇ ਕੈਪੀਟਲ ਕਲੋਜ਼ ਕੀ ਹੁੰਦੀ ਹੈ, ਕਹਿੰਦੇ ਜਿਹੜੀ ਤੁਹਾਨੂੰ ਪਤਾ ਹੈ ਜਿਹੜੀ ਕੰਪਨੀ ਦੁਆਰਾ ਸਪੈਸੀਫਾਈ ਕੀਤੀ ਗਈ ਹੈ ਕੈਪੀਟਲ, ਜਿੰਨੀ ਆਪਾਂ ਪੂੰਜੀ ਆਪਣਾ ਲਗਾਉਂਦੇ ਹਾਂ ਉਹ ਆਪਣਾ ਰਜਿਸਟਰ ਹੋਣੀ ਚਾਹੀਦੀ ਹੈ। ਪਰ ਜੇਕਰ ਕੈਪੀਟਲ ਇਹਦੇ ਵਿੱਚ ਵੀ ਕੀ ਕਰਨਾ ਪਏਗਾ ਆਪਾਂ ਨੂੰ, ਆਥੋਰਾਈਜ਼ਡ ਕੈਪੀਟਲ ਜਿੰਨੀ ਆਪਾਂ ਨੂੰ, ਹੁਣ ਤੁਹਾਨੂੰ ਮੈਂ ਇਹ ਚੀਜ਼ ਸਮਝਾਊਂਗਾ ਆਥੋਰਾਈਜ਼ਡ ਕੈਪੀਟਲ ਕੀ ਹੁੰਦੀ ਹੈ। ਇਹ ਇੱਥੇ ਨया ਵਰਡ ਆ ਰਿਹਾ ਤਾਂ ਆਹ ਚੀਜ਼ ਤੁਹਾਨੂੰ ਇੱਥੇ ਕਲੀਅਰ ਹੋਊਗੀ। ਕਹਿੰਦੇ ਜੇਕਰ ਇਹਦੇ ਵਿੱਚ ਕੈਪੀਟਲ 'ਚ ਕੋਈ ਚੇਂਜ ਕਰਨੀ ਹੈ ਤਾਂ ਸਪੈਸ਼ਲ ਰੈਜ਼ੋਲੂਸ਼ਨ ਪਾਸ ਕਰਨਾ ਪਏਗਾ, ਕੰਪਨੀ ਲਾ ਬੋਰਡ ਦੀ ਪਰਮਿਸ਼ਨ ਲੈਣੀ ਪਊਗੀ। ਮੈਂ ਹੁਣ ਇਹ ਪੁਆਇੰਟ ਨੂੰ ਤੁਹਾਨੂੰ ਇਹ ਪੁਆਇੰਟਾਂ ਤੋਂ ਕਲੀਅਰ ਕਰਦਾ, ਤੁਹਾਨੂੰ ਇਹ ਪੁਆਇੰਟਾਂ ਤੋਂ ਇਹ ਪੁਆਇੰਟ ਕਲੀਅਰ ਹੋ ਜਾਊਗਾ। ਕਹਿੰਦੇ ਟਾਈਪਸ ਆਫ ਕੈਪੀਟਲ ਦੇ ਵਿੱਚ ਕੀ ਆਉਂਦਾ, ਕਹਿੰਦੇ ਆਥੋਰਾਈਜ਼ਡ ਕੈਪੀਟਲ। ਆਥੋਰਾਈਜ਼ਡ ਕੈਪੀਟਲ ਦਾ ਮਤਲਬ ਹੁੰਦਾ ਹੈ ਕੰਪਨੀ ਨੂੰ ਟੋਟਲ ਕਿੰਨੀ ਅਥੋਰਟੀ ਹੈ ਲੋਕਾਂ ਤੋਂ ਪੈਸਾ ਇਕੱਠਾ ਕਰਨ ਦੀ, ਉਹਨੂੰ ਕੀ ਬੋਲਦੇ ਆ, ਆਥੋਰਾਈਜ਼ਡ ਕੈਪੀਟਲ। ਮਤਲਬ ਕੰਪਨੀ ਕੋਲ ਵੀ ਲਿਮਿਟ ਹੁੰਦੀ ਹੈ ਵੀ ਹਾਂ ਵੀ ਲੋਕਾਂ ਤੋਂ ਆਪਾਂ ਇੰਨੇ ਪੈਸੇ ਤੋਂ ਜ਼ਿਆਦਾ ਪੈਸੇ ਇਕੱਠੇ ਨਹੀਂ ਕਰ ਸਕਦੇ। ਜਿਵੇਂ ਮੰਨ ਲਓ 1 ਲੱਖ ਸ਼ੇਅਰ ਹੈ, ਹਰੇਕ ਸ਼ੇਅਰ ਦੀ ਵੈਲੂ 10 ਰੁਪਏ ਹੈ, ਤਾਂ ਮਤਲਬ 10 ਲੱਖ ਰੁਪਇਆ ਹੀ ਵੱਧ ਤੋਂ ਵੱਧ ਕੰਪਨੀ ਲੋਕਾਂ ਤੋਂ ਲੈ ਸਕਦੀ ਆ, ਉਹਨੂੰ ਬੋਲਦੇ ਆ ਆਥੋਰਾਈਜ਼ਡ ਕੈਪੀਟਲ। ਇਸ਼ੂਡ ਕੈਪੀਟਲ ਮਤਲਬ 10 ਲੱਖ ਦੇ ਵਿੱਚੋਂ ਲੋਕਾਂ ਤੋਂ 8 ਲੱਖ ਦਾ ਪੈਸਾ ਮੰਗਾ ਲਿਆ, 9 ਲੱਖ ਦੇ ਪੈਸੇ ਮੰਗਾ ਲਏ, 10 ਲੱਖ ਤੋਂ ਵੱਧ ਤਾਂ ਮੰਗਾ ਨਹੀਂ ਸਕਦੇ। ਜਿੰਨੇ ਲੋਕਾਂ 10 ਲੱਖ ਦੇ ਅੰਦਰ ਜਿੰਨੇ ਪੈਸੇ ਮੰਗਾਉਂਦੇ ਆ ਉਹਨੂੰ ਬੋਲਦੇ ਆਪਾਂ ਇਸ਼ੂਡ ਕੈਪੀਟਲ। ਸਬਸਕ੍ਰਾਈਬਡ ਕੈਪੀਟਲ, ਲੋਕਾਂ ਤੋਂ ਕਿੰਨਾ ਪੈਸਾ ਆ ਗਿਆ, ਜੀ ਕਿੰਨਾ ਲੋਕਾਂ ਨੇ ਸਬਸਕ੍ਰਾਈਬ ਕੀਤਾ ਪੈਸਾ, ਤਾਂ ਉਹਨੂੰ ਸਬਸਕ੍ਰਾਈਬਡ ਕੈਪੀਟਲ ਬੋਲਦੇ ਆ। ਕਾਲਡ ਅਪ ਕੈਪੀਟਲ ਦਾ ਮਤਲਬ ਹੁੰਦਾ ਹੈ ਕਿ ਲੋਕਾਂ ਨੂੰ ਆਪਾਂ ਨੇ ਕਿੰਨੀ ਕਾਲ ਕਰਕੇ ਪੈਸਾ ਮੰਗਾਉਣਾ। ਮਤਲਬ ਜੇਕਰ 10 ਦਾ ਸ਼ੇਅਰ ਆ ਤਾਂ ਲੋਕਾਂ ਨੇ 7 ਰੁਪਏ ਪੇ ਕੀਤੇ ਨੇਗੇ ਤਾਂ 3 ਰੁਪਏ ਨਹੀਂ ਪੇ ਕੀਤੇ ਤਾਂ ਲੋਕਾਂ ਤੋਂ 3 ਰੁਪਏ ਮੰਗਾਉਣੇ ਨੇ, ਉਹਨੂੰ ਕਾਲਡ ਅਪ ਕੈਪੀਟਲ ਬੋਲਦੇ ਆ। ਪੇਡ ਅਪ ਸ਼ੇਅਰ ਕੈਪੀਟਲ ਦਾ ਮਤਲਬ ਲੋਕਾਂ ਤੋਂ ਟੋਟਲ ਕਿੰਨਾ ਪੈਸਾ ਇਕੱਠਾ ਹੋ ਗਿਆ, ਉਹਨੂੰ ਆਪਾਂ ਕੀ ਬੋਲਦੇ ਨੇ, ਪੇਡ ਅਪ ਕੈਪੀਟਲ। ਹੁਣ ਇੱਥੇ ਦੇਖੋ ਕੈਪੀਟਲ ਕਲੋਜ਼ ਦੇ ਵਿੱਚ ਕੀ ਆਉਂਦਾ, ਕਹਿੰਦੇ ਕੈਪੀਟਲ ਕਲੋਜ਼ ਜਿੰਨੀ ਕੈਪੀਟਲ ਰਜਿਸਟਰ ਕਰੀ ਆ ਉਹ ਰਜਿਸਟਰ ਕਰਨੀ ਹੈ। ਨਾਲੇ ਇੱਕ ਹੈ ਕੰਪਨੀ ਨੂੰ ਇਹ ਮੈਂਸ਼ਨ ਕਰਨਾ ਪੈਂਦਾ ਕਿ ਆਥੋਰਾਈਜ਼ਡ ਕੈਪੀਟਲ ਕਿੰਨੀ ਹੋਏਗੀ। ਮਤਲਬ ਤੁਹਾਨੂੰ ਦੱਸਿਆ ਕਿ 1 ਲੱਖ ਸ਼ੇਅਰ 'ਚ 10 ਰੁਪਏ ਸ਼ੇਅਰ ਹੈ ਤਾਂ ਟੋਟਲ ਆਥੋਰਾਈਜ਼ਡ 10 ਲੱਖ ਰੁਪਏ ਹੋਏਗੀ। ਤਾਂ ਉਹਦੇ ਵਿੱਚ ਕੋਈ ਚੇਂਜ ਕਰਨਾ ਤਾਂ ਕਿ ਇਹ ਕੰਪਨੀ ਲਾ ਬੋਰਡ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਅਤੇ ਸਪੈਸ਼ਲ ਰੈਜ਼ੋਲੂਸ਼ਨ ਪਾਸ ਕਰਾਉਣਾ ਪਏਗਾ।
ਅੱਗੇ ਆਇਓ ਸਬਸਕ੍ਰਿਪਸ਼ਨ ਕਲੋਜ਼ ਕੀ ਹੁੰਦਾ ਕਹਿੰਦੇ ਦਿਸ ਕਲੋਜ਼ ਕੰਟੇਨ the declaration by the director stating that we are several person whose name and address are submitted and desires of being formed into a company in accordance with the memorandum of association and we undertake to take the qualification share. This declaration must be signed by all the director of the company. ਕਹਿੰਦੇ ਸਬਸਕ੍ਰਿਪਸ਼ਨ ਕਲੋਜ਼ ਦੇ ਵਿੱਚ ਕੀ ਹੁੰਦਾ ਹੈ ਜਿਹੜੇ ਵੀ ਇਹਦੇ ਵਿੱਚ ਜਿਹੜਾ ਪਰਸਨ ਕੰਮ ਕਰ ਰਿਹਾ ਪਰਸਨ ਦਾ ਨਾਮ ਐਡਰੈਸ ਸਬਮਿਟ ਹੋਣਾ ਚਾਹੀਦਾ ਠੀਕ ਹੈ ਮੈਮੋਰੈਂਡਮ ਦੇ ਵਿੱਚ ਡਾਇਰੈਕਟ ਜਿੰਨੇ ਵੀ ਕੰਪਨੀ ਦੇ ਵਿੱਚ ਮੈਂਬਰ ਨੇ ਕੰਮ ਕਰ ਰਹੇ ਨੇ ਠੀਕ ਹੈ ਉਹਦੇ ਵਿੱਚ ਡਾਇਰੈਕਟਰ ਜਿੰਨੇ ਕੰਮ ਕਰ ਰਹੇ ਨੇ ਸਾਰੇ ਜਿੰਨੇ ਵੀ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ ਕੰਪਨੀ ਨੂੰ ਡਿਕਲੇਅਰ ਕੀਤਾ ਹੈ ਤਾਂ ਡਾਇਰੈਕਟਰ ਦੇ ਉਹਦੇ ਵਿੱਚ ਸਾਈਨ ਹੋਣੇ ਚਾਹੀਦੇ ਨੇ ਤਾਂ ਇਹ ਸਬਸਕ੍ਰਿਪਸ਼ਨ ਕਲੋਜ਼ ਹੁੰਦੀ ਆ ਪਰ ਜਿਹੜਾ ਇਹ ਸਾਈਨ ਕਰਕੇ ਦਿੰਦਾ ਇਹਦੇ ਵਿੱਚ ਅਲਟਰੇਸ਼ਨ ਹੋ ਨਹੀਂ ਸਕਦੀ ਇਹ ਯਾਦ ਰੱਖਣਾ ਇਹਦੇ ਵਿੱਚ ਅਲਟਰੇਸ਼ਨ ਹੋਣ ਦੇ ਕੋਈ ਵੀ ਚਾਂਸ ਨਹੀਂ ਹੁੰਦੇ ਅੱਗੇ ਆ ਜਾਂਦਾ ਆਰਟੀਕਲ ਆਫ ਐਸੋਸੀਏਸ਼ਨ ਵਿੱਚ ਦੇਖੋ ਆਰਟੀਕਲ ਆਫ ਐਸੋਸੀਏਸ਼ਨ ਕੰਟੇਨ ਰੂਲ ਐਂਡ ਰੈਗੂਲੇਸ਼ਨ ਰਿਗਾਰਡਿੰਗ ਦਾ ਮੈਨੇਜਮੈਂਟ ਆਫ ਦੀ ਕੰਪਨੀ ਇੰਟਰਨਲ ਅਫੇਅਰਸ ਇਟ ਡਿਫਾਈਨ ਦਾ ਪਾਵਰ ਡਿਊਟੀ and right of manager officer and the board of directors. Generally all the company prepare their own article of association. In the case company do not want to prepare their own article of association, then they are selected any one article of association given in table F of the company act. Table F of the company act 99 model set of the article of association are given. ਹੁਣ ਆਰਟੀਕਲ ਆਫ ਐਸੋਸੀਏਸ਼ਨ ਹੁੰਦਾ ਕੀ ਹੈ ਕਹਿੰਦੇ ਕੰਪਨੀ ਦੇ ਵਿੱਚ ਜਿਹੜੇ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ ਕੰਪਨੀ ਦੇ ਇੰਟਰਨਲ ਮੈਂਬਰ ਕਿਹਨੂੰ ਪਾਵਰ ਦਿੱਤੀ ਹੈ ਗਈ ਹੈ ਕਿਹੜੇ ਮੈਂਬਰ ਨੂੰ ਕਿਹੜੇ ਨੂੰ ਡਿਊਟੀ ਦਿੱਤੀ ਗਈ ਹੈ ਕਿੱਥੋਂ ਕੰਮ ਕਰਾਉਣਾ ਕਿੰਨੇ ਡਾਇਰੈਕਟਰ ਨੂੰ ਤਨਖਾਹ ਦੇਣੀ ਹੈ ਕਿਹੜਾ ਡਾਇਰੈਕਟਰ ਹਟ ਗਿਆ ਕਿਹੜਾ ਆ ਗਿਆ ਠੀਕ ਹੈ ਕੰਪਨੀ ਦੇ ਇੰਟਰਨਲੀ ਜਿਹੜਾ ਵੀ ਆਪਾਂ ਮੈਨੇਜਮੈਂਟ ਦੇ ਇੰਟਰਨਲੀ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇਗੇ ਉਹ ਸਾਰਾ ਕੁਛ ਕਿਹਦੇ ਵਿੱਚ ਮੈਂਸ਼ਨ ਕੀਤਾ ਜਾਂਦਾ ਆਰਟੀਕਲ ਆਫ ਐਸੋਸੀਏਸ਼ਨ ਇਹ ਆਰਟੀਕਲ ਆਫ ਐਸੋਸੀਏਸ਼ਨ ਇਹਨੂੰ ਆਪਾਂ ਡਾਕਟਰਾਈਨ ਆਫ ਇੰਦੌਰ ਮੈਨੇਜਮੈਂਟ ਬੋਲਦੇ ਹਾਂ ਅਗਲੇ ਪੇਜ 'ਤੇ ਦੇਖੋ The article must be signed by all director of the company. It must be duly attested by any two witness. Article of association is also known as bylaws of the company or doctrine of indoor management. ਇਹ ਯਾਦ ਰੱਖਣਾ ਇਹਦੇ ਅੰਦਰ ਕਹਿੰਦੇ ਹੁਣ ਤੁਹਾਨੂੰ ਦੱਸਿਆ ਕਿ ਆਰਟੀਕਲ ਆਫ ਐਸੋਸੀਏਸ਼ਨ ਕੀ ਹੁੰਦਾ ਇਹਦੇ ਵਿੱਚ ਇੰਟਰਨਲੀ ਜਿਹੜੇ ਵੀ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਨੇ ਕਿਹਨੂੰ ਪਾਵਰ ਦਿੱਤੀ ਹੈ ਡਿਊਟੀ ਦਿੱਤੀ ਹੈ ਕੌਣ ਆ ਰਿਹਾ ਰੈਮੂਨੇਸ਼ਨ ਕਿੰਨੀ ਦੇਣੀ ਹੈ ਸੈਲਰੀ ਮਤਲਬ ਕਿਹਨੂੰ ਟਰਾਂਸਫਰ ਕਰ ਰਿਹਾ ਕਿਹਨੂੰ ਨਹੀਂ ਹੈ ਸਾਰਾ ਕੁਛ ਕੀ ਹੈ ਆਰਟੀਕਲ ਆਫ ਐਸੋਸੀਏਸ਼ਨ 'ਚ ਮੈਂਸ਼ਨ ਕੀਤਾ ਜਾਂਦਾ ਹੈ ਅੱਗੇ ਦੇਖਦੇ ਆ ਮੇਨ ਕੰਟੈਂਟਸ ਕੀ ਨੇਗੇ ਕਿ ਆਹ ਆਰਟੀਕਲ ਆਫ ਐਸੋਸੀਏਸ਼ਨ 'ਚ ਮੈਂਸ਼ਨ ਕੀਤਾ ਜਾਂਦਾ ਕਿੰਨੀ ਅਮਾਊਂਟ ਸ਼ੇਅਰ ਕੈਪੀਟਲ ਹੈ ਕਿਹੜੇ ਸ਼ੇਅਰ ਹੋਲਡਰ ਨੂੰ ਕਿਹੜੇ ਟਾਈਪਸ ਦੇ ਸ਼ੇਅਰ ਹੋਲਡਰ ਨੇ ਕੀ ਰਾਈਟ ਦਿੱਤਾ ਗਿਆ ਅਲੋਟਮੈਂਟ ਕਿੰਨਾ ਕੀਤਾ ਹੈ ਸਰਟੀਫਿਕੇਟ ਕੀ ਇਸ਼ੂ ਹੋਇਆ ਸ਼ੇਅਰ ਟ੍ਰਾਂਸਫਰ ਕੀਤਾ ਕਿ ਇਹ ਫੋਰਫਿਟ ਦਾ ਮਤਲਬ ਹੁੰਦਾ ਕਿੰਨੇ ਸ਼ੇਅਰ ਜ਼ਬਤ ਕਰ ਲਏ ਜੇ ਪੇਮੈਂਟ ਕੋਈ ਨਹੀਂ ਦਿੰਦਾ ਹੈਗਾ ਅੱਧੀ ਦਿੰਦਾ ਤਾਂ ਅੱਗੇ ਨਹੀਂ ਦਿੰਦੇ ਪੈਸੇ ਤਾਂ ਉਹਦੇ ਸ਼ੇਅਰ ਆਪਾਂ ਜ਼ਬਤ ਕਰ ਲੈਣੇ ਆ ਠੀਕ ਹੈ ਕਿੰਨੇ ਫੋਰਫਿਟ ਕੀਤੇ ਹੋਏ ਜ਼ਬਤ ਕੀਤੇ ਹੋਏ ਸ਼ੇਅਰ ਅੱਗੇ ਕਿਸੇ ਨੂੰ ਵੇਚਤੇ ਕਿੰਨੇ ਡਾਇਰੈਕਟਰ ਅਪੋਇੰਟ ਹੋ ਰਹੇ ਨੇ ਰਿਮੂਵ ਹੋ ਰਹੇ ਕਿਹਨੂੰ ਪਾਵਰ ਦਿੱਤੀ ਹੈ ਕਿਹੜੇ ਡਾਇਰੈਕਟਰ ਨੂੰ ਰੈਮੂਨੇਸ਼ਨ ਕਿੰਨੀ ਦੇ ਰਿਹਾ ਇਹ ਸਾਰੀ ਕੀ ਹੈ ਆਰਟੀਕਲ ਆਫ ਐਸੋਸੀਏਸ਼ਨ 'ਚ ਕੀ ਹੈ ਮੈਂਸ਼ਨ ਕੀਤਾ ਜਾਂਦਾ ਹੁਣ 14 ਪੁਆਇੰਟ ਨੇ ਇਹ ਵਿੱਚ ਕੋਈ ਵੀ 7-8 ਯਾਦ ਕਰ ਲਓ ਠੀਕ ਹੈ ਅੱਗੇ ਆਉਂਦਾ ਆਰਟੀਕਲਸ ਦਾ ਮਤਲਬ ਕੀ ਹੁੰਦਾ ਆਰਟੀਕਲ ਮੀਨਸ ਦਾ ਆਰਟੀਕਲ ਆਫ ਐਸੋਸੀਏਸ਼ਨ ਆਫ ਏ ਕੰਪਨੀ ਐਜ਼ ਓਰੀਜਨਲੀ ਫਰੇਮਡ ਔਰ ਐਜ਼ ਅਲਟਰਡ ਫਰੋਮ time to time or applied in presence of any previous company law or of this act ਕਹਿੰਦੇ ਆਰਟੀਕਲ ਕੀ ਹੈ ਆਰਟੀਕਲ ਦਾ ਮਤਲਬ ਹੁੰਦਾ ਹੈ ਕਿ ਕੰਪਨੀ ਓਰੀਜਨਲੀ ਫਰੇਮਡ ਕਰਦੀ ਹੈ ਟਾਈਮ ਟੂ ਟਾਈਮ ਇਹਦੇ ਵਿੱਚ ਕੀ ਹੈ ਕਿ ਕੰਪਨੀ ਦੇ ਲਾ ਰੈਗੂਲੇਸ਼ਨ ਦੇ ਅਕੋਰਡਿੰਗ ਇਹ ਆਰਟੀਕਲ ਬਣਾਏ ਜਾਂਦੇ ਨੇਗੇ ਠੀਕ ਹੈ ਜਿਹਦੇ ਵਿੱਚ ਸਪੈਸ਼ਲ ਰੈਜ਼ੋਲੂਸ਼ਨ ਪਾਸ ਕੀਤਾ ਜਾਂਦਾ ਐਸੋਸੀਏਸ਼ਨ ਦੇ ਵਿੱਚ ਤਾਂ ਉਹਦੇ ਵਿੱਚ ਕੀ ਹੈ ਕੰਪਨੀ ਐਕਟ ਦੇ ਅਕੋਰਡਿੰਗ ਆਰਟੀਕਲਸ ਬਣਾਏ ਜਾਂਦੇ ਨੇ ਇਹਦੇ ਵਿੱਚ ਠੀਕ ਹੈ ਆਊਟਸਾਈਡਰ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਇਹਦੇ ਵਿੱਚ ਇੰਟਰਸਟ ਹੁਣ ਕੰਪਨੀ ਦਾ ਹੁੰਦਾ ਠੀਕ ਹੈ ਸਾਰੀ ਚੀਜ਼ਾਂ ਇਹਦੇ ਅੰਦਰ ਆ ਜਾਂਦੀਆਂ ਨੇ ਤੁਹਾਨੂੰ ਸਮਝ ਆ ਗਈ ਹੋਗੀ ਅੱਗੇ ਦੇਖੋ
ਡਿਫਰੈਂਸ ਕੀ ਹੈ ਆਰਟ ਮੈਮੋਰੈਂਡਮ ਅਤੇ ਆਰਟੀਕਲ ਦੇ ਵਿੱਚ? ਇਹਦੇ ਵਿੱਚ ਕੀ ਹੈ, ਚਾਰਟਰਡ ਔਰ ਕੰਸਟੀਟਿਊਸ਼ਨ ਆਫ ਦਾ ਕੰਪਨੀ ਹੁੰਦਾ, ਇਹ ਹੁੰਦਾ ਬਾਈ ਲਾਈਜ਼ ਆਫ ਦਾ ਕੰਪਨੀ, ਇੰਟਰਨਲ ਮੈਨੇਜਮੈਂਟ ਹੁੰਦੀ ਹੈ, ਇਹ ਚਾਰਟਰਡ ਹੁੰਦੀ ਹੈ ਜਿਹੜੇ ਲੋਕਾਂ ਨੂੰ ਸ਼ੋਅ ਕੀਤੀ ਜਾਂਦੀ ਹੈ। ਇਹਨਾਂ ਦੇ ਵਿੱਚ ਆਬਜੈਕਟ ਅਤੇ ਪਾਵਰ ਸ਼ੋਅ ਹੁੰਦੀ ਹੈ, ਇਹ 'ਚ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ, ਇਹ 'ਚ ਫੰਡਾਮੈਂਟਲ ਡਾਕੂਮੈਂਟਸ ਹੁੰਦੇ ਨੇ, ਇਹਦੇ ਵਿੱਚ ਸਪਲੀਮੈਂਟਰੀ ਡਾਕੂਮੈਂਟਸ ਹੁੰਦੇ ਨੇ। ਇਹਦੇ ਵਿੱਚ ਜਿਹੜਾ ਡਨ ਕੀਤਾ ਜਾਂਦਾ ਉਹ ਮਤਲਬ ਐਕਟ ਡਨ ਬਾਈ ਬਿਯੋਂਡ ਦਾ ਸਕੋਪ ਆਫ ਮੈਮੋਰੈਂਡਮ ਕੀਤਾ ਜਾਂਦਾ, ਇਹਦੇ ਵਿੱਚ ਕਿਹਦੇ ਅਕੋਰਡਿੰਗ ਕੀਤਾ ਜਾਂਦਾ, ਆਰਟੀਕਲਸ ਦੇ ਅਕੋਰਡਿੰਗ। ਇਹਦੇ ਵਿੱਚ ਜਿਹੜੀ ਫਾਈਲ ਮੈਂਬਰ ਕੰਪਲਸਰੀ ਹੁੰਦੀ ਹੈ, ਇਹਦੇ ਵਿੱਚ ਕੰਪਲਸਰੀ ਤਾਂ ਨਹੀਂ ਹੁੰਦੀ ਪਰ ਟੇਬਲ ਐਫ ਦੇ ਅਕੋਰਡਿੰਗ ਮੈਂਸ਼ਨ। ਟੇਬਲ ਐਫ ਇੱਕ ਫੋਰਮੈਟ ਹੈ ਜਿਹਦੇ ਵਿੱਚ ਲਿਖਿਆ ਹੁੰਦਾ ਸਾਰਾ ਨਾਮ, ਹਾਂਜੀ ਡਾਇਰੈਕਟਰ ਕਿੰਨੇ ਨੇ, ਸਾਰੇ ਨਾਮ। ਰਿਲੇਸ਼ਨਸ਼ਿਪ ਇਹਦੇ ਵਿੱਚ ਆਊਟਸਾਈਡ ਦਾ ਹੁੰਦਾ, ਇਹ 'ਚ ਇੰਟਰਨਲੀ ਮੈਂਬਰਾਂ ਦਾ ਹੁੰਦਾ, ਠੀਕ ਹੈ। ਅਲਟਰੇਸ਼ਨ ਇਹਦੇ ਵਿੱਚ ਲੈਂਦੀ ਪ੍ਰੋਸੈਸ ਹੈ, ਚੇਂਜ ਹੋਣੀ ਬਹੁਤ ਮੁਸ਼ਕਿਲ ਹੈ, ਇਹਦੇ ਵਿੱਚ ਆਰਾਮ ਨਾਲ ਚੇਂਜ ਕਰ ਸਕਦੇ, ਸਿੰਪਲ ਪ੍ਰੋਸੈਸ ਹੈ। ਅੱਗੇ ਆ ਜਾਂਦਾ ਪ੍ਰੋਸਪੈਕਟਸ। ਪ੍ਰੋਸਪੈਕਟਸ ਕੀ ਹੁੰਦਾ? ਇਹ ਕੰਪਨੀ ਲਿਮਟਿਡ ਬਾਈ ਸ਼ੇਅਰ must issued the prospectus if it wants to make an appeal to the public to subscribe to its shares or debenture according to the Company Act 1956। ਕਹਿੰਦੇ ਪ੍ਰੋਸਪੈਕਟਸ ਕੀ ਹੁੰਦਾ? ਤੁਸੀਂ ਕਦੇ ਸਕੂਲ ਗਏ ਹੋਵੋਗੇ, ਉਹਦੇ ਵਿੱਚ ਸਕੂਲ ਦਾ ਪ੍ਰੋਸਪੈਕਟਸ ਹੁੰਦਾ, ਕਾਲਜ ਗਏ ਹੋਵੋਗੇ ਕਾਲਜ ਦਾ ਪ੍ਰੋਸਪੈਕਟਸ ਹੁੰਦਾ। ਪ੍ਰੋਸਪੈਕਟਸ 'ਚ ਕੀ ਹੁੰਦਾ, ਕੰਪਨੀ ਦੀ ਇਨਫੋਰਮੇਸ਼ਨ ਲਿਖੀ ਹੁੰਦੀ ਹੈ, ਕੰਪਨੀ ਕੀ ਕੰਮ ਕਰਦੀ ਹੈ, ਕਿੰਨੇ ਡਾਇਰੈਕਟਰ ਨੇ, ਕਿਹੜੀ ਜਗ੍ਹਾ 'ਤੇ ਸਥਿਤ ਹੈ, ਕਿੰਨੇ ਇੰਪਲੋਈ ਨੇ, ਕੀ ਓਬਜੈਕਟਿਵ ਹੈ, ਸਾਰਾ ਕੁਛ ਪ੍ਰੋਸਪੈਕਟਸ 'ਚ ਮੈਂਸ਼ਨ ਹੁੰਦਾ। ਇਹਦੇ ਇੱਕ ਪ੍ਰੋਸਪੈਕਟਸ ਇੱਕ ਕੀ ਹੈ, ਐਨੀ ਡਾਕੂਮੈਂਟ ਹੈ ਜਿਹਦੇ ਵਿੱਚ ਨੋਟਿਸ, ਸਰਕੂਲਰ, ਐਡਵਰਟਾਈਜ਼ਮੈਂਟ ਹੁੰਦੀ ਹੈ ਜੋ ਲੋਕਾਂ ਨੂੰ ਇਨਵਾਈਟ ਕਰਦੀ ਹੈ ਕਿ ਕੰਪਨੀ ਦੇ ਸ਼ੇਅਰ ਖਰੀਦੋ, ਕੰਪਨੀ ਤੁਹਾਨੂੰ ਇੰਨੇ ਪੈਸੇ ਕਮਾ ਕੇ ਦੇਵੇਗੀ, ਠੀਕ ਹੈ। ਤਾਂ ਪਰ ਜਨਰਲ ਪਬਲਿਕ ਨੂੰ ਇਨਵਾਈਟ ਕਰਨ ਲਈ ਪ੍ਰੋਸਪੈਕਟਸ ਇਸ਼ੂ ਕੀਤੇ ਜਾਂਦੇ ਨੇ। ਇਹ ਯਾਦ ਰੱਖਿਓ ਜਿਹੜਾ ਪ੍ਰੋਸਪੈਕਟਸ ਇਸ਼ੂ ਕਰਦੇ ਆ ਇਹ ਪਬਲਿਕ ਕੰਪਨੀ ਕਰਦੀ ਹੁੰਦੀ ਆ, ਪ੍ਰਾਈਵੇਟ ਕੰਪਨੀ ਪਬਲਿਕ ਨਾਲ ਲਿੰਕ ਨਹੀਂ ਰੱਖਦੀ, ਠੀਕ ਹੈ। ਇਸ ਦੇ ਵਿੱਚ ਜਿਹੜਾ ਐਸੈਂਸ਼ੀਅਲ ਐਲੀਮੈਂਟਸ ਕਿਹੜੇ ਨੇਗੇ, ਇਹ 'ਚ ਦੇਅਰ ਮਸਟ ਬੀ ਐਨ ਇਨਵੀਟੇਸ਼ਨ ਟੂ ਦਾ ਪਬਲਿਕ ਐਟ ਲਾਰਜ। ਦਾ ਇਨਵੀਟੇਸ਼ਨ ਮਸਟ ਬੀ ਮੇਡ ਬਾਏ ਔਰ ਔਨ ਬਿਹਾਫ ਆਫ ਦਾ ਕੰਪਨੀ, ਠੀਕ ਹੈ। ਦਾ ਇਨਵੀਟੇਸ਼ਨ ਮਸਟ ਬੀ ਸਬਸਕ੍ਰਾਈਬ ਟੂ ਔਰ ਪਰਚੇਜ਼ ਇਟਸ ਸ਼ੇਅਰ ਔਰ ਡਿਬੈਂਚਰ। ਕਹਿੰਦੇ ਜਿਹੜੇ ਕੰਪਨੀ ਲੋਕਾਂ ਨੂੰ ਮਤਲਬ ਲਾਰਜ ਲੋਕਾਂ ਨੂੰ ਹੀ ਇਨਵਾਈਟ ਕੀਤਾ ਜਾਂਦਾ, ਜਿਹੜੀ ਇਨਵੀਟੇਸ਼ਨ ਹੁੰਦੀ ਹੈ ਕੰਪਨੀ ਦੇ ਬਿਹਾਫ 'ਤੇ ਹੁੰਦੀ ਹੈ, ਜਿਹੜੀ ਇਨਵੀਟੇਸ਼ਨ ਹੁੰਦੀ ਹੈ ਉਹਦੇ ਵਿੱਚ ਸ਼ੇਅਰ ਅਤੇ ਡਿਬੈਂਚਰ ਲੋਕ ਖਰੀਦਣ, ਇਸ ਵਾਸਤੇ ਪ੍ਰੋਸਪੈਕਟਸ ਇਸ਼ੂ ਕੀਤਾ ਜਾਂਦਾ। ਕਲੀਅਰ ਹੋ ਗਿਆ ਉਹਨਾਂ ਨੂੰ ਸਾਰਿਆਂ ਨੂੰ।